ਗੁਰੂ ਰੂਪ ਸਾਧ ਸੰਗਤ ਜੀਓ, ਗੁਰਮਤਿ ਗੁਰਬਾਣੀ ਵਿਚਾਰ ਭੇਟ ਕਰਾਂ ਪੇਸ਼ਤਰ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤੀ ਨਿਜ਼ਾਮ ਦੇ ਵਿੱਚ, ਪ੍ਰਕਿਰਤੀ ਦੇ ਨਿਯਮ ਵਿੱਚ ਕਿਸੇ ਵੀ ਜੀਵ ਦਾ ਜਦ ਜਨਮ ਆਉਂਦਾ ਹੈ ਤਾਂ ਬੱਚੇ ਦੀ ਤਰ੍ਹਾਂ ਹੁੰਦਾ ਹੈ। ਬਨਸਪਤੀ ਹੈ, ਕੀੜੇ ਮਕੌੜੇ, ਪਸ਼ੂ ਅਤੇ ਮਨੁੱਖ। ਮਨੁੱਖੀ ਬੱਚਾ ਅਧੂਰਾ ਪੈਦਾ ਹੁੰਦਾ ਹੈ। ਉਹਦੇ ਕੋਲ ਪੈਰ ਹਨ, ਚੱਲ ਨਹੀਂ ਸਕਦਾ। ਉਹਦੇ ਕੋਲ ਹੱਥ ਵੀ ਹਨ, ਕੁਛ ਵੀ ਨਹੀਂ ਕਰ ਸਕਦਾ। ਮੂੰਹ ਦੇ 'ਚ ਜ਼ਬਾਨ ਤੇ ਹੈ ਪਰ ਬੋਲ ਨਹੀਂ ਸਕਦਾ। ਅੱਖਾਂ ਹੈਗੀਆਂ ਨੇ, ਸਹੀ ਵੇਖ ਵੀ ਨਹੀਂ ਸਕਦਾ। ਮਾਂ ਦੀ ਗੋਦ ਦੇ 'ਚ ਹੈ ਪਰ ਇਸ ਨੂੰ ਇਹ ਵੀ ਨਹੀਂ ਪਤਾ ਇਹ ਮੇਰੀ ਮਾਂ ਹੈ। ਪਿਤਾ ਖਿਲਾ ਰਿਹਾ ਹੈ ਪਰ ਇਹਨੂੰ ਇਹ ਵੀ ਨਹੀਂ ਪਤਾ ਇਹ ਮੇਰਾ ਪਿਤਾ ਹੈ। ਅੱਖ ਸਹੀ ਵੇਖਣ ਦੇ 'ਚ ਅਸਮਰਥ ਹੈ, ਅਜੇ ਮੂੰਹ ਦੇ 'ਚ ਦੰਦ ਵੀ ਨਹੀਂ ਹੈ। ਜ਼ਬਾਨ ਹੈ, ਬੋਲ ਨਹੀਂ ਸਕਦਾ। ਪੈਰ ਹੈਗੇ ਨੇ, ਚੱਲ ਨਹੀਂ ਸਕਦਾ। ਹੱਥ ਹੈਗੇ ਨੇ, ਕੁਛ ਵੀ ਨਹੀਂ ਕਰ ਸਕਦਾ। ਤਨ ਕਰਕੇ ਮਨੁੱਖ ਅਧੂਰਾ ਪੈਦਾ ਹੁੰਦਾ ਹੈ। ਸਹਿਜੇ ਸਹਿਜੇ ਇਹ ਤਨ ਇੱਕ ਦਿਨ ਪੂਰਾ ਹੋ ਜਾਂਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਅਡਲਟ ਹੋ ਗਿਆ, ਬਾਲਗ ਹੋ ਗਿਆ। ਇਹ ਹੁਣ ਬਾਲਗ ਹੋ ਗਿਆ, ਪ੍ਰੌੜ ਹੋ ਗਿਆ। ਇਹ ਸਹੀ ਵੇਖ ਸਕਦਾ ਹੈ, ਸੁਣ ਸਕਦਾ ਹੈ, ਬੋਲ ਸਕਦਾ ਹੈ, ਚੱਲ ਸਕਦਾ ਹੈ, ਕਰ ਸਕਦਾ ਹੈ। ਕਿਸ ਪਾਸੇ ਚੱਲਣਾ ਹੈ, ਕਿਧਰ ਨਹੀਂ ਚੱਲਣਾ, ਐਸਾ ਸਮਝ ਵੀ ਸਕਦਾ ਹੈ। ਇਹ ਬਾਲਗ ਹੋ ਗਿਆ। ਹੁਣ ਮੈਂ ਅਰਜ਼ ਕਰਾਂ, ਧਰਮ ਦਾ ਜਨਮ ਮਨੁੱਖ ਦੇ ਮਨ ਦੇ 'ਚ ਹੁੰਦਾ ਹੈ। ਸ਼ਾਇਦ ਇਸੇ ਵਾਸਤੇ ਗੁਰਬਾਣੀ ਕਹਿੰਦੀ ਹੈ, ਪੂਤ ਪਿਤਾ ਇੱਕ ਜਾਇਆ। ਪੁੱਤਰ ਨੇ ਪਿਤਾ ਨੂੰ ਜਨਮ ਦਿੱਤਾ ਹੈ। ਕਿਸ ਤਰ੍ਹਾਂ? ਇਹਨੂੰ ਦੂਜੇ ਸ਼ਬਦਾਂ 'ਚ ਸਤਿਗੁਰੂ ਦੇਵ ਜੀ ਇੰਝ ਖੋਲ੍ਹਦੇ ਨੇ, ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨੇ। ਸੱਚ ਕਰਕੇ ਜਾਣੋ, ਸਾਧੂਆਂ ਕਰਕੇ ਪਤਾ ਚੱਲਦਾ ਹੈ ਪ੍ਰਮਾਤਮਾ ਹੈ। ਭਗਤਾਂ ਕਰਕੇ ਪਤਾ ਚੱਲਦਾ ਹੈ ਭਗਵਾਨ ਹੈ। ਗੁਰਮੁਖਾਂ ਗੁਰਸਿੱਖਾਂ ਕਰਕੇ ਪਤਾ ਚੱਲਦਾ ਹੈ ਗੁਰੂ ਹੈ, ਪ੍ਰਮਾਤਮਾ ਹੈ। ਹੋਰ ਕਿਸ ਤਰ੍ਹਾਂ ਪਤਾ ਚੱਲੇਗਾ? ਫਿਰ ਇਸ ਨੂੰ ਇੰਝ ਵੀ ਗੁਰਬਾਣੀ ਬਿਆਨ ਕਰਦੀ ਹੈ, ਸਫਲ ਜਨਮ ਤਿਸ ਕਾ ਜਗ ਭੀਤਰ ਜਿਨ ਕੀਨੋ ਸੌਤ ਵਿਧਾਤਾ। ਸੌਤ ਸੌਤਰਾ, ਜਿਹਦੇ ਘਰ ਪੁੱਤਰ ਹੋ ਜਾਏ ਸੌਤਰਾ, ਜਿਹਦੇ ਘਰ ਔਲਾਦ ਨਹੀਂ ਉਹਨੂੰ ਕਹਿੰਦੇ ਨੇ ਔਤਰਾ। ਇਹ ਸ਼ਬਦ ਵਰਤਿਆ ਗੁਰੂ ਅਰਜਨ ਦੇਵ ਜੀ ਨੇ। ਸਫਲ ਜਨਮ ਤਿਸ ਕਾ ਜਗ ਭੀਤਰ ਜਿਨ ਕੀਨੋ ਸੌਤ ਵਿਧਾਤਾ। ਉਸ ਭਗਤ ਦਾ, ਉਸ ਗੁਰਮੁਖ ਦਾ, ਉਸ ਬ੍ਰਹਮ ਗਿਆਨੀ ਦਾ ਜਨਮ ਸਫਲ ਹੋ ਗਿਆ। ਉਹਨੇ ਪਰਮਾਤਮਾ ਨੂੰ ਸੌਤਰਾ ਬਣਾ ਦਿੱਤਾ। ਭਗਤ ਪਰਮਾਤਮਾ ਦੇ ਪੁੱਤ ਗਿਣੇ ਜਾਂਦੇ ਨੇ ਅਤੇ ਭਗਤਾਂ ਕਰਕੇ ਪਤਾ ਚੱਲਦਾ ਹੈ ਭਗਵਾਨ ਹੈ। ਗੁਰਸਿੱਖ ਗੁਰਮੁਖਾਂ ਬ੍ਰਹਮ ਗਿਆਨੀਆਂ ਕਰਕੇ ਪਤਾ ਚੱਲਦਾ ਹੈ ਗੁਰੂ ਹੈ। ਸੰਤਾਂ ਕਰਕੇ ਪਤਾ ਚੱਲਦਾ ਹੈ ਪਰਮਾਤਮਾ ਹੈ। ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ ਹੈ। ਕਿਉਂਕਿ ਉਹਨਾਂ ਦੇ ਜੀਵਨ ਦੇ ਜਿਹੜੇ ਲੱਛਣ ਪ੍ਰਗਟ ਹੁੰਦੇ ਨੇ ਉਹ ਸਾਰੇ ਦੇ ਸਾਰੇ ਪਰਮਾਤਮਾ ਦੇ ਲੱਛਣ ਨੇ। ਇਹਨੂੰ ਕਹਿੰਦੇ ਲੱਛਣਾ ਬਿਰਤੀ ਕਰਕੇ ਅਗਲੇ ਨੂੰ ਸਮਝਣ ਦਾ ਯਤਨ ਕਰਨਾ, ਲੱਛਣ।
ਜੈਸੇ ਕੁਝ ਲਕਸ਼ਣਾਂ ਨੂੰ ਦੇਖ ਕੇ ਇੱਕ ਸਿਆਣਾ ਵੈਦ ਹਕੀਮ ਡਾਕਟਰ ਕਹਿ ਦਿੰਦਾ ਤੈਨੂੰ ਫਲਾਣਾ ਰੋਗ ਹੈ, ਫਲਾਣੀ ਬਿਮਾਰੀ ਹੈ, ਲਕਸ਼ਣ ਦੱਸਦੇ ਪਏ ਨੇ। ਇਹਨੂੰ ਉਰਦੂ ਫਾਰਸੀ 'ਚ ਕਹਿੰਦੇ ਨੇ ਅਲਾਮਤ। ਅਲਾਮਤਾਂ ਦੱਸਦੀਆਂ ਪਈਆਂ ਤੈਨੂੰ ਫਲਾਣਾ ਰੋਗ ਹੈ। ਕੁਝ ਅਲਾਮਤਾਂ ਦੱਸ ਦਿੰਦੀਆਂ ਨੇ, ਕੁਝ ਲਕਸ਼ਣ ਦੱਸ ਦਿੰਦੇ ਨੇ। ਇਹ ਬੰਦਾ ਚੋਟੀ ਦਾ ਧਨਵਾਨ ਹੈ, ਲਕਸ਼ਣ ਦੱਸ ਦਿੰਦੇ ਨੇ, ਅਲਾਮਤਾਂ ਦੱਸ ਦਿੰਦੀਆਂ ਨੇ। ਲਕਸ਼ਣ ਦੱਸ ਦਿੰਦੇ ਨੇ, ਅਲਾਮਤਾਂ ਦੱਸ ਦਿੰਦੀਆਂ ਨੇ ਮੁਫਲਿਸ ਹੈ, ਅਤਿਅੰਤ ਗਰੀਬ ਹੈ। ਉਹਦਾ ਰਹਿਣ ਸਹਿਣ, ਉਹਦੇ ਲਕਸ਼ਣ ਦੱਸ ਦਿੰਦੇ ਨੇ, ਅਲਾਮਤਾਂ ਦੱਸ ਦਿੰਦੀਆਂ ਨੇ। ਕੁਛ ਅਲਾਮਤਾਂ, ਕੁਝ ਲਕਸ਼ਣ ਐਸੇ ਨੇ ਦੱਸ ਦਿੰਦੇ ਨੇ ਬੰਦਾ ਮੂਰਖ ਹੈ, ਬਿਲਕੁਲ ਮੂੜ ਹੈ। ਅਲਾਮਤਾਂ ਹੀ ਦੱਸ ਦਿੰਦੀਆਂ ਨੇ, ਲਕਸ਼ਣ ਦੱਸ ਦਿੰਦੇ ਨੇ ਮਨੁੱਖ ਇਹ ਬਹੁਤ ਸਿਆਣਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ 52 ਕਵੀਆਂ ਦੇ ਸਾਹਮਣੇ ਇੱਕ ਸਮੱਸਿਆ ਰੱਖ ਦਿੱਤੀ ਸੀ। ਮੈਨੂੰ ਦੱਸੋ ਮੂਰਖ ਕੌਣ ਹੈ? ਮੂਰਖ ਕੌਣ ਹੈ? ਕਿਸ ਨੂੰ ਮੂੜ ਆਖੋਗੇ? ਕਿਸ ਨੂੰ ਮੂਰਖ ਆਖੋਗੇ? ਹੁਣ 52 ਕਵੀ ਸਨ, ਕੋਈ ਸੰਸਕ੍ਰਿਤ ਦੇ ਕਵੀ, ਕੁਝ ਫਾਰਸੀ ਦੇ ਕਵੀ, ਕੋਈ ਬ੍ਰਿਜ ਭਾਸ਼ਾ ਦੇ, ਹਿੰਦੀ ਦੇ, ਕੁਝ ਪੰਜਾਬੀ ਦੇ, ਕੁਝ ਉਰਦੂ ਦੇ, ਵੱਖ-ਵੱਖ ਭਾਸ਼ਾਵਾਂ ਦੇ ਕਵੀ ਸਨ। ਇੱਕ ਭਾਸ਼ਾ ਦੇ ਕਵੀ ਨਹੀਂ ਸਨ। ਕਿਸੇ ਨੇ ਕੁਛ ਦੱਸਿਆ, ਕਿਸੇ ਨੇ ਕੁਛ ਦੱਸਿਆ, ਕਿਸੇ ਨੇ ਕੁਛ ਦੱਸਿਆ। ਫਿਰ ਵਾਰੀ ਆਈ ਭਾਈ ਨੰਦ ਲਾਲ ਦੀ। ਸਤਿਗੁਰੂ ਕਹਿੰਦੇ ਨੇ ਹੁਣ ਤੁਸੀਂ ਦੱਸੋ। ਭਾਈ ਸਾਹਿਬ ਜੋ ਮੂਰਖ ਦੇ ਲਕਸ਼ਣ ਦੱਸਦੇ ਨੇ, ਧਿਆਨ ਨਾਲ ਸੁਣਨਾ। ਹਰ ਚੇ ਗਾਫਲ ਸ਼ੁੱਧ ਅਜ਼ ਨਾਦਾਂ ਭਵਦ, ਗਰ ਗਦਾ ਬਾਸ਼ਦ व ਗਰ ਸੁਲਤਾਨ ਭਵਦ। ਭਾਵੇਂ ਬਾਦਸ਼ਾਹ ਹੈ, ਸੁਲਤਾਨ ਹੈ, ਤੇ ਭਾਵੇਂ ਭਿਖਾਰੀ ਹੈ, ਗਰੀਬ ਹੈ, ਅਗਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਮੂਰਖ ਹੈ, ਮੂਰਖ। ਅਗਰ ਉਹਦਾ ਸਿਮਰਨ ਨਹੀਂ ਕਰਦਾ ਤਾਂ ਮੂਰਖ ਹੈ। ਭੁੱਲ ਕੇ ਵੀ ਨਾ ਸਮਝਣਾ ਸੰਸਾਰ ਦੇ ਸਿਆਣਿਆਂ ਦੀ ਤਾਦਾਦ ਜ਼ਿਆਦਾ ਹੈ, ਸੰਸਾਰ ਦੇ ਵਿੱਚ ਮੂਰਖਾਂ ਦੀ ਤਾਦਾਦ ਜ਼ਿਆਦਾ ਹੈ। ਹਰ ਚੇ ਗਾਫਲ ਸ਼ੁੱਧ ਅਜ਼ ਨਾਦਾਂ ਭਵਦ, ਗਰ ਗਦਾ ਬਾਸ਼ਦ व ਗਰ ਸੁਲਤਾਨ ਭਵਦ। ਗਦਾ ਕਹਿੰਦੇ ਨੇ ਭਿਖਾਰੀ ਨੂੰ, ਗਦਾਗਰ। ਸੁਲਤਾਨ ਬਾਦਸ਼ਾਹ। ਭਾਵੇਂ ਬਾਦਸ਼ਾਹ ਹੈ ਤੇ ਭਾਵੇਂ ਭਿਖਾਰੀ ਹੈ, ਭਾਵੇਂ ਚੋਟੀ ਦਾ ਧਨਵਾਨ ਹੈ ਤੇ ਭਾਵੇਂ ਗਰੀਬ ਹੈ, ਪਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਮੂੜ ਹੈ, ਮੂਰਖ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾ। ਮੂਰਖ ਨਹੀਂ, ਮੂਰਖਾਂ ਦਾ ਮੁਖੀ ਹੈ, ਮੂਰਖਾਂ ਦਾ ਸਰਦਾਰ ਹੈ, ਜੇ ਪ੍ਰਭੂ ਦੀ ਹੋਂਦ ਨੂੰ ਮੰਨਦਾ ਨਹੀਂ ਤੇ ਉਹਦਾ ਨਾਮ ਜਪਦਾ ਨਹੀਂ। ਮੂਰਖਾਂ ਨਾਲ ਸਾਰੀ ਦੁਨੀਆ ਭਰੀ ਪਈ ਹੈ। ਮੂਰਖ ਦੇ ਲਕਸ਼ਣ ਭਾਈ ਨੰਦ ਲਾਲ ਇਹ ਦੱਸਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੱਲ ਨਾਲ ਲਾ ਲਿਆ ਭਾਈ ਨੰਦ ਲਾਲ ਨੂੰ। ਜੋ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਉਸ ਤੋਂ ਕੁਝ ਵੀ ਸ਼ੁਭ ਨਹੀਂ ਆਉਂਦਾ, ਗਲਤ ਹੀ ਆਉਂਦਾ ਹੈ। ਉਸ ਤੋਂ ਸਭ ਕੁਝ ਗਲਤ ਹੋਵੇਗਾ। ਕਿਸੇ ਰਸਤੇ ਦੇ 'ਚ ਇੱਕੋ ਹੀ ਕਦਮ ਗਲਤ ਚੁੱਕਿਆ, ਇਹ ਮਨੁੱਖ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕੇਗਾ। ਇੱਕ ਗਲਤ ਕਦਮ ਨੇ ਇਹਨੂੰ ਭਟਕਾ ਕੇ ਰੱਖ ਦੇਣਾ ਹੈ। ਇਸ ਇੱਕੋ ਹੀ ਭੁੱਲ ਨੇ ਜ਼ਿੰਦਗੀ ਨੂੰ ਭੁੱਲ ਭੁਲਈਆਂ ਦੇ 'ਚ ਪਾ ਦੇਣਾ। ਸਾਰੀ ਜ਼ਿੰਦਗੀ ਭੁੱਲਿਆ ਰਹੇਗਾ। ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ। ਤਾਂ ਮੈਂ ਅਰਜ਼ ਕਰ ਰਿਹਾ ਸੀ, ਅਲਾਮਤਾਂ ਤੋਂ ਪਤਾ ਚੱਲਦਾ ਹੈ, ਲਕਸ਼ਣਾਂ ਤੋਂ ਪਤਾ ਚੱਲਦਾ ਹੈ।
ਭਗਤ ਨਾਮਦੇਵ ਜੀ ਮਹਾਰਾਜ ਨੇ ਤੇ ਸਾਡੇ ਦੇਸ਼ ਦੇ ਸਾਹਿਤਕਾਰ ਕਵੀ ਜਨ ਸੁਹੱਪਣ ਦੇ 32 ਲੱਛਣ ਦੱਸਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਹੈ, ਪ੍ਰਣਵੇ ਨਾਮਦੇਵ ਨਾਹ ਕੇ ਬਿਨਾ ਨਾ ਸੋਏ 32 ਲਖਣਾ। 32 ਲਕਸ਼ਣ। ਦੰਦ ਬੜੇ ਖੂਬਸੂਰਤ ਨੇ, ਨੱਕ ਬੜਾ ਖੂਬਸੂਰਤ ਹੈ, ਨੈਣ ਬੜੇ ਖੂਬਸੂਰਤ ਨੇ, ਵਾਲ ਬੜੇ ਖੂਬਸੂਰਤ ਨੇ, ਚਾਲ ਬੜੀ ਖੂਬਸੂਰਤ ਹੈ, ਬਾਣੀ ਦੇ ਵਿੱਚ ਮਧੁਰਤਾ ਅਤੇ ਮਿਠਾਸ ਹੈ। ਇਸ ਤਰੀਕੇ ਨਾਲ ਗਿਣਤੀ ਕਰਦਿਆਂ ਵਿਦਵਾਨਾਂ ਨੇ 32 ਲੱਖਣ ਪੂਰਨ ਸੁਹੱਪਣ ਦੇ ਮੰਨੇ ਨੇ। ਸੁੰਦਰਤਾ ਦੇ ਇਹ 32 ਲੱਛਣ। ਹੁਣ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਪ੍ਰਣਵੇ ਨਾਮਦੇਵ ਨਾਹ ਕੇ ਬਿਨਾ ਨਾ ਸੋਏ 32 ਲਖਣਾ। ਇੱਕ ਪ੍ਰਭੂ ਦੇ ਨਾਮ ਤੋਂ ਬਿਨਾਂ ਅਗਰ ਹਿਰਦੇ 'ਚ ਨਹੀਂ, ਇਹ 32 ਲੱਛਣ ਵੀ ਕਿਸੇ ਕੰਮ ਦੇ ਨਹੀਂ। ਇਹ ਤਨ ਕਰਕੇ ਸੁੰਦਰ ਹੋਵੇਗਾ, ਮਨ ਕਰਕੇ ਮਹਾਕਰੂਪ ਹੋਵੇਗਾ। ਕਹੋ ਕਬੀਰ ਜੈਸੇ ਸੁੰਦਰ ਸਰੂਪ, ਭਗਤ ਕਬੀਰ। ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਕੁਬਜ ਕਰੂਪ। ਪ੍ਰਭੂ ਦਾ ਹਿਰਦੇ 'ਚ ਨਾਮ ਨਹੀਂ ਹੈ, ਇਹ ਕੁਬੜਾ ਹੈ ਤੇ ਕਰੂਪ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਤਾਂ ਮੈਂ ਅਰਜ਼ ਕਰਾਂ, ਵਿਦਵਾਨਾਂ ਨੇ, ਸਾਹਿਤਕਾਰਾਂ ਨੇ ਸੁਹੱਪਣ ਦੇ ਲੱਛਣ ਮੰਨੇ ਨੇ, ਬਦਸੂਰਤੀ ਦੇ ਲੱਛਣ ਮੰਨੇ ਨੇ, ਵੱਖ-ਵੱਖ ਬਿਮਾਰੀਆਂ ਦੇ ਜੋ ਹੈ ਲੱਛਣ ਨੇ, ਧਨਵਾਨ ਮਨੁੱਖ ਦੇ ਲੱਛਣ ਨੇ, ਉਸ ਤੋਂ ਪਤਾ ਚੱਲਦਾ ਹੈ ਧਨਵਾਨ ਹੈ। ਮੂਰਖ ਦੇ ਲੱਛਣ ਨੇ, ਲੱਛਣਾਂ ਤੋਂ ਪਤਾ ਚੱਲਦਾ ਹੈ ਮੂਰਖ ਹੈ। ਕੁਝ ਲੱਛਣ ਦੱਸ ਦਿੰਦੇ ਨੇ, ਸਰੀਰ ਦੀ ਹਾਲਤ ਦੱਸ ਦਿੰਦੀ ਹੈ ਬੱਚਾ ਹੈ। ਲੱਛਣ ਦੱਸ ਦਿੰਦੇ ਨੇ, ਸਰੀਰ ਦੀ ਹਾਲਤ ਦੱਸ ਦਿੰਦੀ ਹੈ ਜਵਾਨ ਹੋ ਗਏ। ਲੱਛਣ ਦੱਸ ਦਿੰਦੇ ਨੇ, ਚਾਲ ਢਾਲ ਦੱਸ ਦਿੰਦੀ ਹੈ ਬੁੱਢਾ ਹੋ ਗਿਆ। ਬੁਢੇਪੇ ਦੇ ਲੱਛਣ ਨੇ, ਜਵਾਨੀ ਦੇ ਲੱਛਣ ਨੇ, ਬਚਪਨ ਦੇ ਲੱਛਣ ਨੇ। ਲੱਛਣਾਂ ਕਰਕੇ ਪਤਾ ਚੱਲਦਾ ਬੱਚਾ ਹੈ, ਲੱਛਣਾਂ ਕਰਕੇ ਪਤਾ ਚੱਲਦਾ ਜਵਾਨ ਹੋ ਗਿਆ। ਲੱਛਣ ਦੱਸ ਦਿੰਦੇ ਨੇ ਬੁੱਢਾ ਹੋ ਗਿਆ। ਧਾਰਮਿਕ ਮਨੁੱਖ ਦੇ ਵੀ ਸਤਿਗੁਰਾਂ ਨੇ ਲੱਛਣ ਬਕਾਇਦਾ ਬਿਆਨ ਕੀਤੇ ਨੇ। ਉਹਨੂੰ ਮੈਂ ਖੋਲ੍ਹ ਕੇ ਬਿਆਨ ਕਰਾਂ, ਪਰ ਉਸ ਤੋਂ ਪਹਿਲੇ ਮੈਂ ਇਤਨਾ ਅਰਜ਼ ਕਰਾਂ, ਹਰ ਜੀਵ ਜੰਤੂ ਦਾ ਜਨਮ ਹੁੰਦਾ ਹੈ ਬੱਚੇ ਦੀ ਤਰ੍ਹਾਂ, ਬੁੱਢੇ ਦੀ ਤਰ੍ਹਾਂ ਨਹੀਂ। ਇੱਕ ਵੱਡਾ ਦਰਖਤ ਵੀ ਨਿੱਕੇ ਜਿਹਾ ਬੂਟੇ ਦੀ ਤਰ੍ਹਾਂ ਪੈਦਾ ਹੁੰਦਾ ਹੈ। ਇੱਕ ਸ਼ਕਤੀਸ਼ਾਲੀ 6 ਫੁੱਟ ਦਾ ਮਨੁੱਖ ਵੀ ਛੋਟੇ ਜਿਹਾ ਬੱਚੇ ਦੀ ਤਰ੍ਹਾਂ ਜਗਤ ਦੇ 'ਚ ਆਉਂਦਾ ਹੈ। ਪਸ਼ੂ ਪੰਛੀ ਬੱਚਿਆਂ ਦੀ ਤਰ੍ਹਾਂ ਪੈਦਾ ਹੁੰਦੇ ਨੇ, ਬੁੱਢਿਆਂ ਦੀ ਤਰ੍ਹਾਂ ਨਹੀਂ। ਚੀਨ ਦੇ ਇੱਕ ਸੰਤ ਬਾਰੇ ਮੈਂ ਜ਼ਰੂਰ ਪੜ੍ਹਿਆ, ਲਾਓ ਤਸੇ ਬਾਰੇ। ਉਹ ਜਨਮ ਤੋਂ ਹੀ ਬੁੱਢਾ ਸੀ, ਇੰਜ ਮੈਂ ਪੜ੍ਹਿਆ। ਇਹ ਚੀਨੀ ਕਹਾਵਤ ਵੀ ਹੈ ਅਤੇ ਚੀਨੀ ਇਤਿਹਾਸ ਵੀ ਹੈ। ਭਾਰਤ ਦੀ ਤਰ੍ਹਾਂ ਚੀਨ ਵੀ ਬੜੇ ਪੁਰਾਣੇ ਸਮੇਂ ਤੋਂ ਧਾਰਮਿਕ ਦੇਸ਼ ਰਿਹਾ ਹੈ, ਭਾਵੇਂ ਅੱਜ ਕਮਿਊਨਿਸਟ ਹੋ ਗਿਆ, ਲੇਕਿਨ ਬੜਾ ਧਾਰਮਿਕ ਦੇਸ਼ ਰਿਹਾ ਹੈ। ਬੜੇ ਬੜੇ ਸੰਤ ਉਸ ਦੇਸ਼ ਨੇ ਕਿਸੇ ਵਕਤ ਪੈਦਾ ਕੀਤੇ ਨੇ। ਲਾਓ ਤਸੇ ਬਾਰੇ ਉਹ ਕਹਿੰਦੇ ਨੇ, ਇਹ ਬੁੱਢੇ ਦੀ ਤਰ੍ਹਾਂ ਪੈਦਾ ਹੋਇਆ। ਫਿਰ ਜਦ ਮੈਂ ਗਹਿਰਾਈ ਦੇ ਵਿੱਚ ਇਸ ਸਾਹਿਤ ਦਾ, ਇਤਿਹਾਸ ਦਾ ਅਧਿਐਨ ਕੀਤਾ, ਤਾਂ ਮੇਰੇ ਮਨ ਨੇ ਨਿਰਣਾ ਕੀਤਾ, ਇਹ ਤਨ ਕਰਕੇ ਤੇ ਬੱਚੇ ਦੀ ਤਰ੍ਹਾਂ ਪੈਦਾ ਹੋਇਆ, ਮਨ ਕਰਕੇ ਬਜ਼ੁਰਗ ਦੀ ਤਰ੍ਹਾਂ, ਬਜ਼ੁਰਗ ਦੀ ਤਰ੍ਹਾਂ। ਇਹ ਤਨ ਕਰਕੇ ਤੇ ਬਹੁਤ ਛੋਟੇ ਰੂਪ ਵਿੱਚ ਜਿਵੇਂ ਬੱਚੇ ਹੁੰਦੇ ਨੇ ਆਇਆ, ਪਰ ਮਨ ਕਰਕੇ ਮਹਾਨ ਸੀ। ਜੈਸੇ ਜਿਸ ਵਕਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋਏ, ਜਨਮ ਸਾਖੀ ਦੇ 'ਚ ਇਸ ਤਰ੍ਹਾਂ ਲਿਖਿਆ, ਕਾਰਤਕ ਮਾਸ ਰੁੱਤ ਸਰਦ ਪੂਰਨ ਮਾਸੀ,
शुभ निक्षत्र शुभ लगन प्रकाशी, अर्ध रैन बीती घट का पर, नानक जन्म लियो कालो घर। कारतक दी पुन्या, शुभ लगन शुभ निक्षत्र, अद्धी रात नानक दा जन्म कालू दे घर दे होया। जन्म साखी इंज कहती। प्रात भई प्रोहत बुलवाया, हरि दयाल तै नाम सुहाया। जैसे अमृत वेला होया ना, तो पिता कल्याण दास जी प्रोहत नूं बुलाउण वास्ते चले गए। पुराना जमाना बेदियां दे घर दे जन्म होया, तो बेदी अपने बच्चे की जन्म कुंडली बनवाते सन। बेदियां दे घर दे जन्म होया, तिन बेदियन की कुल बिके, प्रगटे नानक राय। ते बेदी किसनों कहते सन? जिन्हें वेद पटे सो बेदी कहा है। जो वेद पढ़ते सन पढ़ाते सन उन्होंने बेदी कहते सन। पिता कल्याण दास पंडित हरदयाल नूं बुला के ले आए। नानक जी की जन्म कुंडली बनाओ, वेखो। हरदयाल ने आके मस्तक देखिया, धन गुरु नानक देव जी का हथ देखिया, पैर देखे। प्रात भई प्रोहत बुलवाया, हरि द्वाल तै नाम सुहाया। प्रोहत जी ए मुखों अलाया, ए बालक रायन सिर राया। ਇਹ ਬੱਚਾ ਅੱਜ ਦੇ ਹੋ ਚੁੱਕੇ ਸਿਰਮੌਰ ਮਨੁੱਖਾਂ ਦਾ ਸਿਰਮੌਰ ਹੈ। ਅੱਜ ਤੱਕ ਦੇ ਹੋ ਚੁੱਕੇ ਬ੍ਰਹਮ ਗਿਆਨੀਆਂ ਦਾ ਸਿਰਮੌਰ ਬ੍ਰਹਮ ਗਿਆਨੀ ਹੈ ਹਰਦਿਆਲ। ਅੱਜ ਤੱਕ ਦੇ ਹੋ ਚੁੱਕੇ ਅਵਤਾਰਾਂ ਦਾ ਸਿਰਮੌਰ ਹੈ। ਪ੍ਰੋਹਤ ਜੀ ਸ਼ੁਭ ਬਚਨ ਅਲਾਇਆ, ਇਹ ਬਾਲਕ ਰਾਇਨ ਸਿਰ ਲਾਇਆ। ਇਹ ਬਾਲਕ ਹੈ ਪ੍ਰੇਮ ਵਿਯੋਗੀ, ਇਹ ਬਾਲਕ ਜੋਗਨ ਸਿਰ ਜੋਗੀ। ਦਿਆਲ ਨੇ ਕਹਿ ਦਿੱਤਾ, ਲਕਸ਼ਣ ਦੱਸਦੇ ਪਏ ਨੇ। ਇਹ ਤੇ ਮਹਾਯੋਗੀ ਹੈ, ਇਹ ਤੇ ਕੋਈ ਮਹਾਪੰਡਿਤ ਹੈ, ਇਹ ਤੇ ਕੋਈ ਮਹਾਨ ਅਵਤਾਰ ਹੈ। ਇਹਦੇ ਮਸਤਕ ਦੇ ਲਕਸ਼ਣ ਦੱਸਦੇ ਪਏ ਨੇ, ਇਹਦੇ ਹੱਥਾਂ ਦੀਆਂ ਰੇਖਾਂ ਦੱਸਦੀਆਂ ਪਈਆਂ ਨੇ, ਇਹਦੀ ਅੱਖਾਂ ਦੀ ਗਰਦਿਸ਼ ਦੱਸਦੀ ਪਈ ਹੈ। ਜਿਵੇਂ ਹਰ ਬੰਦਾ ਅਲਾਮਤਾਂ ਨੂੰ ਸਮਝ ਕੇ ਨਹੀਂ ਕਹਿ ਸਕਦਾ ਤੈਨੂੰ ਫਲਾਣੀ ਬਿਮਾਰੀ ਹੈ, ਹਕੀਮ ਵੈਦ ਸਮਝ ਲੈਂਦੇ ਨੇ ਅਲਾਮਤਾਂ ਨੂੰ। ਲਕਸ਼ਣਾਂ ਨੂੰ ਸਮਝਣਾ, ਲਕਸ਼ਣਾਂ ਕਰਕੇ ਹੀ ਦੱਸ ਦਿੰਦੇ ਨੇ ਇਹ ਘੋੜਾ ਇਰਾਕੀ ਹੈ, ਬੜਾ ਵਧੀਆ, ਲਕਸ਼ਣ ਦੱਸ ਦਿੰਦੇ ਨੇ। ਮੈਂ ਇੱਕ ਦਫਾ ਜੀਂਦ ਦੇ 'ਚ ਗਊ ਲੈ ਬੈਠਾ, ਖਰੀਦ ਬੈਠਾ, ਬੜੀ ਖੂਬਸੂਰਤ ਸੀ, ਚੰਗੀ ਲੱਗੀ ਮੈਨੂੰ। ਹਰ ਸਾਲ ਮੈਂ ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਨ ਪੁਰਬ 'ਤੇ ਜਾਂਦਾ ਹੁੰਦਾ। ਮਹਾਂਪੁਰਖਾਂ ਦਾ ਡੇਰਾ ਹੈ, ਉਹ ਮਨਾਉਂਦੇ ਨੇ। ਸੰਤ ਜੀਵਨ ਸ਼ਾਹ ਸਿੰਘ ਜੀ ਦਾ ਡੇਰਾ। ਉਹ ਮੇਰੇ ਕੋਲ ਪੁੱਛਣ ਲੱਗੇ, ਸੁਣਿਆ ਤੁਸੀਂ ਗਊ ਖਰੀਦੀ ਹੈ? ਮੈਂ ਕਿਹਾ ਜੀਂਦ ਤੇ ਰੋਹਤਕ ਇਹ ਗਊਆਂ ਕਰਕੇ ਮਸ਼ਹੂਰ ਹੈ, ਅੱਛੀਆਂ ਅੱਛੀਆਂ ਗਊਆਂ। ਮੈਂ ਕਿਹਾ ਮੈਨੂੰ ਬੜੀ ਚੰਗੀ ਲੱਗੀ ਹੈ, ਮੈਂ ਲੈ ਲਈ। ਉਹ ਆ ਗਏ, ਕਹਿਣ ਲੱਗੇ ਮੈਨੂੰ ਦਿਖਾਓ। ਮੈਂ ਕਿਹਾ ਦੇਖੋ। ਜੀਂਦ ਸ਼ਹਿਰ ਦੇ 'ਚ ਬੜੀਆਂ ਸਰਾਵਾਂ ਨੇ ਜੋ ਗਊਆਂ ਨਾਲ ਭਰੀਆਂ ਰਹਿੰਦੀਆਂ ਨੇ। ਮੈਂ ਚੱਲ ਕੇ ਦਿਖਾਈ। ਉਹਨਾਂ ਨੇ ਆਪਣਾ ਹੱਥ ਸਿਰ 'ਤੇ ਦੇ ਮਾਰਿਆ, ਕਹਿਣ ਲੱਗੇ ਗਿਆਨੀ ਜੀ ਇਹਨੂੰ ਲੈ ਕੇ ਜਾ ਰਹੇ ਹੋ? ਮੈਂ ਕਿਹਾ ਕਿਉਂ? ਇਹਦੇ ਠੀਕ ਲੱਛਣ ਨਹੀਂ ਨੇ, ਔਖੇ ਹੋਵੋਗੇ, ਦੁਖੀ ਹੋਵੋਗੇ। ਇਹ ਸਿਰਫ ਦਿਸਣ ਨੂੰ ਖੂਬਸੂਰਤ ਹੈ, ਬਾਕੀ ਇਹ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਤੁਹਾਨੂੰ ਲੱਛਣਾਂ ਦਾ ਪਤਾ ਨਹੀਂ, ਸਾਨੂੰ ਪਤਾ ਹੈ। ਜੇ ਤੁਸੀਂ ਗਊ ਲੈਣੀ ਹੈ ਤਾਂ ਅਸੀਂ ਤੁਹਾਨੂੰ ਲੈ ਕੇ ਦੇਵਾਂਗੇ। ਉਹ ਜਿਸ ਵਪਾਰੀ ਕੋਲ ਮੈਂ ਲਈ, ਜਾ ਕੇ ਸੰਤਾਂ ਨੇ ਉਹਨੂੰ ਡਾਂਟਿਆ ਵੀ ਇਹ ਮਸਕੀਨ, ਔਰ ਇਹਨੂੰ ਗਊ ਤਾਂ ਕੋਈ ਢੰਗ ਦੀ ਦੇਣੀ ਸੀ, ਇਹ ਕੀ ਕੀਤਾ ਤੂੰ?
ਉਹ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਜੀ ਕੀ ਕਰੀਏ, ਇਹਨਾਂ ਨੇ ਆਪ ਹੀ ਪਸੰਦ ਕੀਤੀ ਹੈ, ਇਹਨਾਂ ਨੇ ਆਪ ਹੀ ਪਸੰਦ ਕੀਤੀ ਹੈ। ਉਹ ਕਹਿਣ ਲੱਗੇ ਇਹਨਾਂ ਨੂੰ ਲੱਛਣਾਂ ਦਾ ਪਤਾ ਨਹੀਂ ਹੈ। ਵਾਕਈ ਮੈਨੂੰ ਗਊ ਦੇ ਲੱਛਣਾਂ ਦਾ ਪਤਾ ਨਹੀਂ ਸੀ। ਕੁਝ ਲੱਛਣ ਐਸੇ ਨੇ, ਦਿਸ ਪੈਂਦਾ ਇਰਾਕੀ ਘੋੜਾ ਹੈ, ਵਧੀਆ ਘੋੜਾ ਹੈ, ਇਹ ਵਧੀਆ ਗਊ ਹੈ। ਲੱਛਣ ਹੀ ਦੱਸ ਦਿੰਦੇ ਨੇ ਇਹ ਜ਼ਮੀਨ ਵਧੀਆ ਹੈ, ਧਰਤੀ ਵਧੀਆ ਹੈ। ਐਸੇ ਖੋਜੀ ਮੌਜੂਦ ਨੇ, ਅੱਜ ਤੇ ਵਿਗਿਆਨਕ ਢੰਗ ਨਾਲ ਖੋਜ ਕਰਦੇ ਨੇ, ਇਹ ਧਰਤੀ ਬੜੀ ਉਪਜਾਊ ਹੈ, ਬਹੁਤ ਵਧੀਆ ਹੈ। ਲੇਕਿਨ ਪੁਰਾਣੇ ਜ਼ਮਾਨੇ ਦੇ ਸੂਹੀਏ ਲੱਛਣ ਦੇਖਦੇ ਸਨ। ज्ञान